वाह कमाल करते हो, वाह कमाल करते हो। जब लोगों में जाके लोगों से ही सवाल करते हो, सर शर्म से झुक जाता है, सर शर्म से झुक जाता है। जब चोर ही शराफत का ढोंग करते हो, वाह कमाल करते हो, वाह कमाल करते हो। ਹਾਜ਼ਰੀਨ ਦੋਸਤੋ, ਤੁਹਾਡੇ ਦੋਸਤ ਇਤਰਮਨ ਫਿਰ ਤੋਂ ਹਾਜ਼ਰ ਹੈ ਇੱਕ ਖਾਸ ਰਿਪੋਰਟ ਦੇ ਨਾਲ। ਕੜਾਕੇ ਦੀ ਠੰਡ ਦੇ ਬਾਵਜੂਦ ਤੁਹਾਨੂੰ ਗਰਮੀ ਮਹਿਸੂਸ ਹੋ ਰਹੀ ਹੋਵੇਗੀ ਤੇ ਉਹ ਵੀ ਗਰਮੀ ਇੰਨੀ ਕੁ ਜ਼ਿਆਦਾ ਕਿ ਤੁਹਾਡੇ ਤੋਂ ਗਰਮੀ ਹੁਣ ਬਰਦਾਸ਼ਤ ਨਹੀਂ ਹੋਵੇਗੀ। ਜੀ ਹਾਂ, ਕੜਾਕੇ ਠੰਡ ਦੇ ਬਾਵਜੂਦ ਭਾਵੇਂ ਤੁਸੀਂ ਧੂਣੀਆਂ ਵਾਲ ਕੇ ਆਪਣੇ ਹੱਥ ਸੇਕ ਰਹੇ ਹੋ, ਪਰ ਸਿਆਸਤ ਦੀ ਗਰਮੀ ਦੇ ਵਿੱਚ ਤੁਸੀਂ ਖੁਦ ਵੀ ਖੁਦ ਸਿੱਕ ਰਹੇ ਹੋ ਤੇ ਤੁਹਾਡੇ ਘਰ ਤੱਕ ਇਸ ਸਿਆਸੀ ਗਰਮੀ ਦਾ ਸੇਕ ਵੀ ਜ਼ਰੂਰ ਪਹੁੰਚ ਰਿਹਾ ਹੋਵੇਗਾ। किन्ना सौखा है कहना कि आप बीबी कोका मत्ती देवे लोकां। मतलब कि जदों कोई अपनियां कमियां अपनियां खामियां दे वल ध्यान नहीं दिंदा, पर दूसरिਆਂ ਨੂੰ ਜ਼ਰੂਰ ਅਸੀਂ ਸਿਖਾਉਂਦੇ ਆ कि ਤੁਹਾਡੇ ਦੇ ਵਿੱਚ ਇਹ ਕਮੀ ਹੈ, ਤੁਸੀਂ ਆਪਣੀ ਕਮੀ ਨੂੰ ਇਸ ਤਰੀਕੇ ਨਾਲ ਦੂਰ ਕਰ ਲਓ। ਜੀ ਹਾਂ, ਬਹੁਤ ਸੌਖਾ ਹੋ ਗਿਆ ਅੱਜ ਦੀ ਤਰੀਕ ਦੇ ਵਿੱਚ। ਇਸ ਲਈ ਇੱਥੇ ਮੈਂ ਇਹ ਚੀਜ਼ ਵਰਤੀ ਹੈ, ਇਹ ਅਖਾਣ ਵਰਤਿਆ ਕਿ ਆਪ ਬੀਬੀ ਕੋਕਾ ਮੱਤੀ ਦੇਵੇ ਲੋਕਾਂ। ਕੁਝ ਅਜਿਹਾ ਹੀ ਲੱਗਦਾ ਹੈ ਜਦੋਂ ਕਿ ਕਾਂਗਰਸ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਇਸ ਲਿਸਟ ਤੋਂ ਬਾਅਦ ਜਿੱਥੇ ਸਿਆਸੀ ਗਰਮੀ ਭਖੀ ਹੈ, ਉੱਥੇ ਹੀ ਆਪਸੀ ਕਾਟੋ ਕਲੇਸ਼ ਤੇ ਉਸ तमाम ਵਾਅਦੇ ਦਾਅਵੇ ਸਭ ਖੋਖਲੇ ਨਜ਼ਰ ਆ ਰਹੇ ਨੇ ਜੋ ਕਿਸੇ ਸਮੇਂ ਕਾਂਗਰਸ ਪਾਰਟੀ ਨੇ ਕੀਤੇ ਸੀ। ਤੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਇਹ ਗੱਲ ਆਖੀ ਸੀ ਕਿ ਪਾਰਟੀ ਦੇ ਵਿੱਚ ਕਿਸ ਤਰੀਕੇ ਦੀ ਹੁਣ ਨਵੀਂ ਪਾਰਟੀ ਅਸੀਂ ਲੈ ਕੇ ਆਏ ਹਾਂ, ਪੁਰਾਣੇ ਉਹ ਲੋਕਾਂ ਨੂੰ ਅਸੀਂ ਇੱਕ ਪਾਸੇ ਕਰ ਦਿੱਤਾ ਹੈ ਜਿਨ੍ਹਾਂ ਲੋਕਾਂ ਨੇ ਕੰਮ ਨਹੀਂ ਕੀਤਾ, ਕਾਰ ਨਹੀਂ ਕੀਤਾ, ਦੂਜਿਆਂ ਨੂੰ ਫਾਇਦਾ ਪਹੁੰਚਾਇਆ। ਤੋ ਇੱਥੇ ਹੀ ਕਾਂਗਰਸ ਨੇ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਦੇ ਵਿੱਚ ਕੁਝ ਨਵੇਂ ਨਾਮ ਨੇ, ਕੁਝ ਪੁਰਾਣੇ ਨਾਮ ਨੇ ਜੋ ਤੁਸੀਂ ਹੁਣ ਤੱਕ ਜਾਣ ਹੀ ਚੁੱਕੇ ਹੋ। ਪਰ ਵਿਵਾਦਾਂ ਦੇ ਵਿੱਚ ਇਹ ਲਿਸਟ ਇਸ ਕਰਕੇ ਪੈਂਦੀ ਨਜ਼ਰ ਆ ਰਹੀ ਹੈ ਕਿ ਪਹਿਲਾਂ ਹੀ ਬਗਾਵਤ ਸ਼ੁਰੂ ਹੋ ਗਈ ਸੀ ਕੁਝ ਸੀਟਾਂ ਨੂੰ ਲੈ ਕੇ, ਤੇ ਕੁਝ ਹੁਣ ਕਲੀਅਰ ਹੋ ਗਿਆ ਕਿ ਕਿੱਥੋਂ ਕਿੱਥੋਂ ਕਿਹੜੇ ਵਿਧਾਇਕ ਨੇ ਬਗਾਵਤ ਕਰ ਲੈਣੀ ਹੈ। ਤੇ ਸਿੱਧੀ ਗੱਲ ਕਰਦੇ ਹਾਂ, ਆਪਾਂ ਕਿਸੇ ਬਾਦ ਵਿਵਾਦ ਦੇ ਵਿੱਚ ਨਹੀਂ ਪੈਂਦੇ, ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਦੇ, ਆਪਾਂ ਮੁੱਦੇ ਦੀ ਗੱਲ ਕਰਦੇ ਹਾਂ। ਮੁੱਦਾ ਇਹ ਹੈ ਕਿ ਸਾਨੂੰ ਦੂਜਿਆਂ ਤੇ ਇਲਜ਼ਾਮ ਤਰਾਸ਼ੀਆਂ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਘਰ ਦੇਖ ਲੈਣਾ ਚਾਹੀਦਾ, ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰ ਲੈਣਾ ਚਾਹੀਦਾ ਕਿ ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਹਾਂ ਤੇ ਕੀ ਸਾਡੀ ਇੱਕ ਗਲਤੀ ਵਿਰੋਧੀਆਂ ਨੂੰ ਮੌਕਾ ਦੇਵੇ ਕਿ ਸਾਡੇ ਤੇ ਤੰਜ ਕੱਸਣ ਦਾ, ਉਂਗਲਾਂ ਚੁੱਕਣ ਦਾ, ਤੇ ਸਾਡੇ ਆਪਣੇ ਹੀ ਸਾਡੇ ਕਿੰਨੇ ਕੁ ਖਿਲਾਫ ਹੋਣਗੇ, ਕਿੰਨੇ ਕੁ ਸਾਡੇ ਪੱਖ 'ਚ ਹੋਣਗੇ। ਮੇਰੇ ਖਿਆਲ ਨਾਲ ਇਹ ਗੱਲਾਂ ਦਾ ਅੰਦਾਜ਼ਾ ਲਗਾਉਣਾ ਜ਼ਰੂਰੀ ਹੁੰਦਾ ਹੈ ਤੇ ਗੱਲਾਂ ਦੀ ਪੜਚੋਲ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਜੋ ਸਾਨੂੰ ਸਾਡੇ ਆਉਣ ਵਾਲੇ ਭਵਿੱਖ ਦਾ ਪਤਾ ਲੱਗ ਸਕੇ ਕਿ ਅਸੀਂ ਦੂਜਿਆਂ ਦੇ ਮੁਕਾਬਲੇ ਕਿੱਥੇ ਸਟੈਂਡ ਕਰਦੇ ਹਾਂ, ਸਾਡੀ ਕਿਹੜੀ ਪੋਜੀਸ਼ਨ ਹੈ ਤੇ ਸਾਨੂੰ ਕਿੰਨਾਂ ਗੱਲਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਬਕਾਇਦਾ ਇਸ ਦੇ ਕਿ ਅਸੀਂ ਦੂਜਿਆਂ ਨੂੰ ਸਲਾਹਾਂ ਦੇਈਏ, ਦੂਜਿਆਂ 'ਤੇ ਤੰਜ ਕੱਸੀਏ, ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਦੇ ਵਿੱਚ ਦੇਖਣਾ ਚਾਹੀਦਾ ਕਿ ਸਾਡੇ ਘਰ ਦੇ ਵਿੱਚ ਅੱਗ ਕਿੱਥੇ ਕੁ ਲੱਗੀ ਹੋਈ ਹੈ ਤੇ ਉਸ ਦਾ ਸੇਕ ਸਾਡੇ ਆਪਣੇ ਹੀ ਲੋਕਾਂ ਨੂੰ ਲੱਗ ਰਿਹਾ ਹੋਵੇਗਾ, ਆਪਣੇ ਹੀ ਘਰਾਂ ਦੇ ਵਿੱਚ ਸੇਕ ਜਾ ਰਿਹਾ ਹੋਵੇਗਾ ਤੇ ਇਸ ਸੇਕ ਦੇ ਵਿੱਚ ਕਾਂਗਰਸ ਪਾਰਟੀ ਜਲਦੀ ਹੋਈ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਨੀਚਾ ਦਿਖਾਉਣ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਕੀ ਨਹੀਂ ਕੀਤਾ। ਕੱਲੇ ਨਵਜੋਤ ਸਿੰਘ ਸਿੱਧੂ ਹੀ ਨਹੀਂ, ਜੋ ਕੈਪਟਨ ਦੇ ਕਦੇ ਕਰੀਬੀ ਸੀ ਉਹਨਾਂ ਨੇ ਖੁਦ ਤੰਜ ਕੱਸੇ ਨੇ, ਖੂਬ ਇਲਜ਼ਾਮ ਲਗਾਏ ਨੇ ਕਿ ਕੈਪਟਨ ਨੇ ਕੋਈ ਕੰਮ ਨਹੀਂ ਕੀਤਾ, ਕੈਪਟਨ ਨੇ ਜੋ ਉਸ ਦੀ ਸਰਕਾਰ ਵੇਲੇ ਜੋ ਵੱਡੇ ਘਪਲੇ ਹੋਏ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਪਰ ਇੱਥੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਸੇ ਰੱਖ ਕੇ ਗੱਲ ਮੌਜੂਦਾ ਕਾਂਗਰਸ ਦੀ ਕਰਦੇ ਹਾਂ, ਜਦੋਂ ਜਿਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੇ ਸੰਭਾਲੀ ਸੀ ਤੇ ਸਿੱਧੂ ਨੇ ਬਹੁਤ ਉੱਚੀ ਆਵਾਜ਼ ਦੇ ਵਿੱਚ ਬਹੁਤ ਹਿੱਕ ਠੋਕ ਕੇ ਜਾਂ ਕਹਿ ਲਓ ਕਿ ਇੱਕ ਤਾਲੀ ਠੋਕ ਕੇ ਗੱਲ ਕਹੀ ਸੀ ਕਿ ਹੁਣ ਕਾਂਗਰਸ ਪਾਰਟੀ ਦੇ ਵਿੱਚ ਬਦਲਾਵ ਆ ਗਿਆ ਹੈ, ਹੁਣ ਕਾਂਗਰਸ ਪਾਰਟੀ ਦੇ ਵਿੱਚ ਉਹੀ ਲੋਕ ਰਹਿਣਗੇ ਜਿਹੜੇ ਸੱਚੇ ਹੋਣਗੇ, ਇਮਾਨਦਾਰ ਨਾਲ ਕੰਮ ਕਰਨਗੇ, ਲੋਕਾਂ ਦੀ ਸੇਵਾ ਕਰਨਗੇ, ਕੋਈ ਘਪਲੇਬਾਜ਼ੀ ਨਹੀਂ ਕਰੇਗਾ ਤੇ ਕੋਈ ਵੀ ਦਾਗੀ ਮੰਤਰੀ ਜਾਂ ਵਿਧਾਇਕ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹੋਵੇਗਾ। तमाम ਵੱਡੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਆਪਣੇ ਹਰ ਇੱਕ ਬਿਆਨ ਦੇ ਵਿੱਚ, ਹਰ ਇੱਕ ਸਟੇਜ ਤੋਂ ਕਰਦੇ, ਹਰ ਇੱਕ ਭਾਸ਼ਣ ਦੇ ਵਿੱਚ ਕਰਦੇ ਸਾਨੂੰ ਨਜ਼ਰ ਆਏ ਨੇ। ਪਰ ਇਸ ਲਿਸਟ ਨੇ
ਪੋਲ ਖੋਲ੍ਹ ਦਿੱਤੀ ਹੈ ਸਿੱਧੂ ਦੇ ਉਸ ਦਾਅਵਿਆਂ ਦੀ ਵਾਅਦਿਆਂ ਦੀ, ਜਾਂ ਫਿਰ ਇਹ ਕਹਿ ਲਈਏ ਕਿ ਹੁਣ ਸਿੱਧੂ ਦੀ ਹਾਈ ਕਮਾਨ ਅੱਗੇ ਨਹੀਂ ਚੱਲੀ। ਜੋ ਹਾਈ ਕਮਾਨ ਨੂੰ ਸਹੀ ਲੱਗਿਆ, ਹਾਈ ਕਮਾਨ ਨੇ ਉਹੀ ਫੈਸਲਾ ਲਿਆ ਤੇ ਉਹੀ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਤਾਂ ਗੱਲ ਅਸੀਂ ਸਾਫ਼ ਤੇ ਸਪਸ਼ਟ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਜੋ ਇਮਾਨਦਾਰੀ ਦੀ ਗੱਲ ਕਹੀ ਜਾ ਰਹੀ ਸੀ ਉਹ ਕਿੰਨੇ ਕੁ ਪਾਣੀ ਦੇ ਵਿੱਚ ਹੈ, ਕਿੰਨੀ ਕੁ ਜ਼ਮੀਨੀ ਹਕੀਕਤ ਉਸ ਗੱਲ ਦੀ ਹੈ ਕਿ ਪਾਰਟੀ ਹੁਣ ਇਮਾਨਦਾਰੀ ਨਾਲ ਚੱਲੇਗੀ, ਇਮਾਨਦਾਰ ਬੰਦੇ ਪਾਰਟੀ ਦੇ ਵਿੱਚ ਕੰਮ ਕਰਨਗੇ। ਪਰ ਲਿਸਟ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਿੱਧੂ ਕੋਲ ਜਵਾਬ ਕੀ ਹੈ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਿਨ੍ਹਾਂ ਮੰਤਰੀਆਂ ਜਾਂ ਵਿਧਾਇਕਾਂ ਨੂੰ ਲਿਸਟ ਦਿੱਤੀ ਗਈ ਹੈ ਉਹਨਾਂ ਦੇ ਤਮਾਮ ਤਰ੍ਹਾਂ ਦੇ ਕੁਝ ਇਲਜ਼ਾਮ ਨੇ, ਕੁਝ ਕੇਸ ਨੇ, ਵੱਡੇ ਵੱਡੇ ਘੁਟਾਲਿਆਂ ਦੇ ਇਲਜ਼ਾਮ ਨੇ, ਪਰ ਸਿੱਧੂ ਹੁਣ ਚੁੱਪ ਨੇ। ਕਿ ਸਿੱਧੂ ਇਸ ਦੇ ਖਿਲਾਫ ਮੋਰਚਾ ਖੋਲ੍ਹਣਗੇ, ਕਿ ਸਿੱਧੂ ਬਗਾਵਤ ਕਰਨਗੇ, ਕਿ ਜੋ ਗੱਲ ਮੈਂ ਕਹੀ ਸੀ ਮੇਰੀ ਗੱਲ ਨਹੀਂ ਮੰਨੀ ਗਈ, ਜਾਂ ਇੱਥੇ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਹੈ ਕਿ ਸਿੱਧੂ ਦੀ ਮਨਜ਼ੂਰੀ ਤੋਂ ਬਿਨਾਂ, ਸਿੱਧੂ ਨੂੰ ਪੁੱਛੇ ਬਿਨਾਂ ਇਹ ਲਿਸਟ ਮਨਜ਼ੂਰ ਕੀਤੀ ਗਈ ਹੈ, ਜਾਂ ਸਿੱਧੂ ਨੂੰ ਦੱਸਿਆ ਗਿਆ ਸੀ ਤਾਂ ਸਿੱਧੂ ਨੇ ਉਦੋਂ ਹੀ ਕੋਈ ਆਵਾਜ਼ ਕਿਉਂ ਨਹੀਂ ਚੱਕੀ ਵੀ ਮੈਂ ਸਾਫ਼ ਸੁਥਰੀ ਕਾਂਗਰਸ ਪਾਰਟੀ ਦੀ ਨੀਂਹ ਦੀ ਗੱਲ ਕੀਤੀ ਹੈ। ਇਸ ਪਾਰਟੀ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ, ਉਹਨਾਂ ਕੈਂਡੀਡੇਟ ਨੂੰ ਉਤਾਰਿਆ ਜਾਵੇ ਜਿਨ੍ਹਾਂ ਦਾ ਕਿ ਦਾਮਨ ਸਾਫ਼ ਹੈ। ਪਾਰਟੀ ਦੇ ਵਿੱਚ ਕਿੰਨੇ ਕੁ ਲੋਕ ਦਾਗੀ ਦਾਮਨ ਵਾਲੇ ਨੇ ਅਸੀਂ ਸਾਰੇ ਜਾਣਦੇ ਹਾਂ। ਤੁਸੀਂ ਬਾਖੂਬੀ ਚੰਗੀ ਤਰ੍ਹਾਂ ਹੁਣ ਸਮਝ ਚੁੱਕੇ ਹੋ ਇਸ ਸਿਆਸੀ ਅਖਾੜੇ ਨੂੰ, ਸਿਆਸਤ ਦੇ ਇਸ ਜਾਲ ਨੂੰ, ਕਿ ਕਿਸ ਤਰੀਕੇ ਦਾ ਸਿਆਸੀ ਜਾਲ ਗੱਲਾਂ ਦੇ ਵਿੱਚ ਵਿਛਾਇਆ ਜਾਂਦਾ ਤੇ ਉਹਨਾਂ ਗੱਲਾਂ ਦੇ ਵਿੱਚ ਸਿਆਸੀ ਚਾਲ ਦੇ ਵਿੱਚ, ਸਿਆਸੀ ਜਾਲ ਦੇ ਵਿੱਚ ਉਲਝਾ ਕੇ ਆਮ ਲੋਕਾਂ ਦਾ ਸਮਾਂ, ਆਮ ਲੋਕਾਂ ਦੀ ਜ਼ਿੰਦਗੀ, ਆਮ ਲੋਕਾਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਹੁੰਦਾ ਵੀ ਆਇਆ ਹੈ। ਸੋ ਗਰੀਬਾਂ ਦੇ ਹੱਕ ਦੀ ਗੱਲ ਕਰਨ ਵਾਲੀ ਕਾਂਗਰਸ ਪਾਰਟੀ, ਜਾਂ ਫਿਰ ਕਹਿ ਲਈਏ ਨਵਜੋਤ ਸਿੰਘ ਸਿੱਧੂ ਜੋ ਬਹੁਤ ਹੀ ਲੰਬੇ ਚੌੜੇ ਭਾਸ਼ਣ ਦਿੰਦੇ ਨਹੀਂ ਥੱਕਦੇ, ਹੁਣ ਉਹਨਾਂ ਕੋਲ ਜਵਾਬ ਕੀ ਹੈ? ਸਵਾਲ ਤਾਂ ਇਹੀ ਹੈ ਕਿ ਦੋ ਸਵਾਲ ਬਣਦੇ ਨੇ ਕਿ ਜਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਇਸ ਲਿਸਟ ਬਾਰੇ ਜਾਂ ਇਸ ਵਿੱਚ ਜਿਹੜੇ ਵਿਅਕਤੀਆਂ ਨੂੰ ਟਿਕਟ ਦਿੱਤੀ ਗਈ ਆ ਉਹਨਾਂ ਦੇ ਬਾਰੇ ਪਤਾ ਹੀ ਨਹੀਂ, ਜਾਂ ਫਿਰ ਸਿੱਧੂ ਨੂੰ ਵਿਰੋਧ ਕੀਤਾ ਹੋਵੇਗਾ, ਉਸਦੇ ਵਿਰੋਧ ਤੋਂ ਬਿਨਾਂ ਵੀ ਨਾ ਕੈਂਡੀਡੇਟਸ ਨੂੰ ਲਿਸਟ ਦਿੱਤੀ ਗਈ ਹੈ ਜਿਨ੍ਹਾਂ ਨੇ ਆਮ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਿਆ, ਗਰੀਬਾਂ ਦੀ ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ, ਆਮ ਲੋਕਾਂ ਦਾ ਮਾਸੂਮਾਂ 'ਤੇ ਜਿਨ੍ਹਾਂ ਨੇ ਅਤਿਆਚਾਰ ਕੀਤਾ, ਉਹਨਾਂ ਦੀ ਜੋ ਸਰਕਾਰ ਵੱਲੋਂ ਵੱਡੇ ਵੱਡੇ ਘਪਲੇ ਦੇ ਇਲਜ਼ਾਮ ਲੱਗੇ ਸੀ, ਕੋਈ ਕਾਰਵਾਈ ਨਹੀਂ ਹੋਈ, ਪਰ ਅੱਜ ਉਹਨਾਂ ਹੀ ਮੰਤਰੀਆਂ ਤੇ ਵਿਧਾਇਕਾਂ ਨੂੰ ਟਿਕਟਾਂ ਦੇ ਕੇ ਨਵਾਜ਼ਿਆ ਜਾ ਰਿਹਾ। ਇਸ ਦੇ ਪਿੱਛੇ ਆਖਰ ਹੈ ਕੀ? ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਬਣਾਉਣੀ ਆ, ਤੁਹਾਡੀ ਸਰਕਾਰ ਆ, ਪੰਜਾਬ ਨੂੰ, ਕਾਂਗਰਸ ਨੂੰ ਇੱਕ ਸੇਵਾ ਦਾ ਮੌਕਾ ਦਿਓ। ਕਾਂਗਰਸ ਨੇ ਪਹਿਲਾਂ ਵੀ ਸੇਵਾ ਕੀਤੀ, ਪਹਿਲਾਂ ਕਾਂਗਰਸ ਨੇ ਕਿੰਨੀ ਆਮ ਲੋਕਾਂ ਦੀ ਸੇਵਾ ਕੀਤੀ ਹੈ ਤਾਂ ਅਸੀਂ ਸਾਰੇ ਦੇਖ ਚੁੱਕੇ ਹਾਂ। ਪਰ ਸਵਾਲ ਹੈ ਕਿ ਹੁਣ ਇਸ ਲਿਸਟ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਾਇਦ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਆਖਰ ਹੁਣ ਨਵਜੋਤ ਸਿੰਘ ਸਿੱਧੂ ਜਵਾਬ ਕੀ ਦੇਣਗੇ, ਕਿਉਂਕਿ ਪੁੱਛਿਆ ਜ਼ਰੂਰ ਜਾਵੇਗਾ ਸਿੱਧੂ ਦੇ ਕੋਲੋਂ ਕਿ ਤੁਸੀਂ ਬਿਲਕੁਲ ਦਾਗੀ ਸਾਫ਼ ਦਾਮਨ ਵਾਲੇ ਵਿਅਕਤੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਕਹੀ ਸੀ, ਪਰ ਇਹ ਸਭ ਕੁਝ ਕੀ ਹੋ ਰਿਹਾ ਹੈ? ਉੱਥੇ ਹੀ ਕਾਂਗਰਸ ਪਾਰਟੀ ਦੇ ਵਿੱਚ ਹੁਣ ਤਾਂ ਇੱਕ ਅਨਾਰ ਸੌ ਬਿਮਾਰ ਵਾਲੀ ਗੱਲ ਹੋਈ ਪਈ ਹੈ ਕਿ ਇੱਕ ਸੀਟ ਤੋਂ ਬਹੁਤ ਸਾਰੇ ਉਮੀਦਵਾਰ ਆਪਣੀ ਦਾਅਵਾ ਠੋਕ ਰਹੇ ਸਨ, ਪਰ ਇਸ ਪਹਿਲੀ ਲਿਸਟ ਨੇ ਕਲੀਅਰ ਕਰ ਦਿੱਤਾ ਤੇ ਬਗਾਵਤ ਵੀ ਖੂਬ ਛੇੜ ਦਿੱਤੀ ਹੈ। ਤੇ ਹੁਣ ਵੇਖਣ ਕਈ ਸੀਟਾਂ ਇੰਟਰਸਟਿੰਗ ਬਣ ਚੁੱਕੀਆਂ ਨੇ ਇਸ ਸਿਆਸਤ ਦੇ ਵਿੱਚ। ਹਾਲੇ ਤਾਂ ਇਹ ਸਿਆਸਤ ਹੋਰ ਭਖੇਗੀ ਕਿਉਂਕਿ ਹਾਲੇ ਸਿਰਫ ਇੱਕ ਲਿਸਟ ਜਾਰੀ ਕੀਤੀ ਹੈ ਕਾਂਗਰਸ ਨੇ ਤੇ ਬਾਕੀਆਂ ਨੇ ਕਾਫੀ ਲਿਸਟਾਂ ਆਪਣੀਆਂ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਹੈ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਸਿੱਧੂ ਜਵਾਬ ਕਿਵੇਂ ਦੇਣਗੇ, ਕਾਂਗਰਸ ਆਪਣੇ ਘਰ ਦੇ ਵਿੱਚ ਲੱਗੀ ਅੱਗ ਨੂੰ ਕਿਵੇਂ ਠੰਡਾ ਕਰੇਗੀ ਤੇ ਵਿਰੋਧੀ ਕਿਵੇਂ ਹੱਥ ਸੇਕਣਗੇ। ਉਹਦੇ 'ਚ ਸਭ ਤੋਂ ਇੰਟਰਸਟਿੰਗ ਗੱਲ ਤਾਂ ਇਹ ਰਹੇਗੀ। ਤੇ ਦੂਸਰਾ ਮੇਰਾ ਖਿਆਲ ਇਹ ਕਹਿਣਾ ਹੁਣ ਗਲਤ ਨਹੀਂ ਹੋਵੇਗਾ ਕਿ ਜੱਗ ਡਿੱਠਾ ਅਗਲਾ ਜੋ ਇਹ ਹੈ ਕਿ ਕਿਸ ਤਰੀਕੇ ਨਾਲ ਹੁਣ ਜਿਹੜੇ ਬੰਦੇ, ਇਹ ਆਪਾਂ ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਕਿ ਜੱਗ ਮਿੱਠਾ ਅਗਲਾ ਕਿੰਨਾ ਡਿੱਠਾ, ਯਾਨੀ ਕਿ ਜਿਹੜੇ ਲੋਕ, ਜਿਹੜੇ ਵਿਅਕਤੀ ਆਪਣੀ ਮੌਜ ਮਸਤੀ, ਆਪਣੇ ਸਵਾਰਥ ਲਈ ਦੁਨੀਆ ਦੇ ਤਮਾਮ ਉਹ ਚੀਜ਼ਾਂ ਨੂੰ ਹੰਢਾਉਂਦੇ ਨੇ, ਉਹ ਆਮ ਲੋਕਾਂ ਦੀ ਕਿੰਨੀ ਕੁ ਪਰਵਾਹ ਕਰਦੇ ਨੇ। ਯਾਨੀ ਕਿ ਸਿੱਧਾ ਮੇਰਾ ਤੰਜ ਲੀਡਰਾਂ 'ਤੇ ਹੈ ਕਿ ਜਿਨ੍ਹਾਂ ਨੂੰ ਸੱਤਾ ਦੀ ਭੁੱਖ ਹੋ ਗਈ ਹੋਵੇ, ਸੱਤਾ ਦਾ ਜੋ ਨਿੱਘ ਮਾਣ ਰਹੇ ਹੋਣ, ਉਹ ਆਮ ਲੋਕਾਂ ਦੀ ਕਿੰਨੀ ਪਰਵਾਹ ਕਰਦੇ ਆ। ਇਹ ਅਸੀਂ ਪਿਛਲੇ ਲੰਬੇ ਸਮੇਂ ਤੋਂ ਵੇਖਦੇ ਆ ਰਹੇ ਹਾਂ। ਸਿਰਫ ਗੱਲਾਂ ਕਹਿਣ ਦੀਆਂ ਹੋਰ ਹੁੰਦੇ ਨੇ, ਜਾਂ ਕਹਿ ਲਈਏ ਕਿ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਹੁੰਦੇ ਨੇ। ਇਹ ਲੀਡਰਾਂ 'ਤੇ ਗੱਲ ਤਮਾਮ ਢੁਕਦੀ ਨਜ਼ਰ ਆ ਰਹੀ ਹੈ। ਸੋ ਹਲੇ ਵੀ ਕੁਝ ਨਹੀਂ ਵਿਗੜਿਆ, ਚਾਬੀ
ਤੁਹਾਡੇ ਹੱਥ ਹੈ, ਚਾਬੀ ਸਾਡੇ ਹੱਥ ਹੈ। ਸਾਡੇ ਹੱਕ ਲੈਣ ਦੀ, ਸਾਡੀ ਆਵਾਜ਼ ਬੁਲੰਦ ਕਰਨ ਦੀ, ਤੇ ਇਹਨਾਂ ਲੀਡਰਾਂ ਨੂੰ ਹੁਣ ਸਵਾਲ ਜਵਾਬ ਕਰਨ ਦੀ ਵਾਰੀ ਵੀ ਹੈ। ਤੇ ਅਗਲੇ ਨੂੰ, ਆਪਣੀਆਂ ਪੀੜ੍ਹੀਆਂ ਦਾ ਜੋ ਸਾਡਾ ਆਉਣ ਵਾਲਾ ਸਮਾਂ ਉਸ ਨੂੰ ਸਵਾਰਨ ਦਾ ਜ਼ਿੰਮੇਵਾਰੀ ਵੀ ਸਾਡੀ ਹੈ, ਤੁਹਾਡੀ ਹੈ। ਆਪਣਾ ਹੱਕ ਮੰਗਣ ਦੀ ਜ਼ਿੰਮੇਵਾਰੀ ਵੀ ਸਾਡੀ ਤੇ ਤੁਹਾਡੀ ਹੈ। ਬਸ ਲੋੜ ਹੈ ਕਿ ਉਸ ਹੁਣ ਚਾਬੀ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ, ਕਿਸ ਤਰੀਕੇ ਨਾਲ ਇਸ ਚਾਬੀ ਨਾਲ ਕਿਹੜਾ ਤਾਲਾ ਲਗਾਉਣਾ ਹੈ, ਇਹ ਤੁਹਾਡੇ ਹੱਥ ਹੈ। ਕਿਉਂਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹੋ ਤੇ ਹੁਣ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਇਹਨਾਂ ਲੋਕਾਂ ਦੀਆਂ ਚਾਲਾਂ ਦੇ ਵਿੱਚ ਜੋ ਸਿਆਸੀ ਗੰਦੀ ਰਾਜਨੀਤੀ ਕਰਦੇ ਨੇ ਸਿਆਸੀ ਲੀਡਰ, ਇਹਨਾਂ ਦੇ ਵਿੱਚ ਤੁਸੀਂ ਨਹੀਂ ਆਉਣ ਵਾਲੇ। ਪੰਜਾਬ ਦੇ ਲੋਕ ਸੂਝਵਾਨ ਤੇ ਜਾਗਰੂਕ ਹੋ ਚੁੱਕੇ ਨੇ, ਆਪਣੇ ਹੱਕਾਂ ਦੀ ਪਹਿਚਾਣ ਹੋ ਚੁੱਕੀ ਹੈ। ਤੇ ਸਭ ਤੋਂ ਵੱਡੀ ਗੱਲ ਕਿ ਇਸ ਵਾਰ ਜਿਸ ਤਰੀਕੇ ਨਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਇਹਨਾਂ ਲੀਡਰਾਂ ਨੂੰ ਜਵਾਬ ਦੇਣੇ ਪਏ ਨੇ, ਤਾਂ ਜਵਾਬ ਦੇਣੋਂ ਭੱਜਦੇ ਨਜ਼ਰ ਆਏ ਨੇ। ਸੋ ਹੁਣ ਕਿਸ ਮੂੰਹ ਨਾਲ ਇਹ ਲੋਕਾਂ ਦੇ ਵਿੱਚ ਆਉਣਗੇ, ਕਿਸ ਤਰੀਕੇ ਨਾਲ ਲੋਕ ਜਵਾਬ ਦੇਣਗੇ, ਸਭ ਕੁਝ ਤੁਹਾਡੇ 'ਤੇ ਹੈ। ਸੋ ਅੱਖਾਂ ਖੋਲ੍ਹੋ, ਕੰਨ ਖੋਲ੍ਹੋ ਤੇ ਆਪਣੀ ਕਿਸਮਤ ਖੋਲ੍ਹੋ। ਉਹ ਚਾਬੀ ਹੁਣ ਤੁਹਾਡੇ ਹੱਥ ਦੇ ਵਿੱਚ, ਜਿਸ ਨਾਲ ਤੁਸੀਂ ਆਪਣੀ ਕਿਸਮਤ ਦਾ ਤਾਲਾ ਖੋਲ੍ਹੋਗੇ, ਆਉਣ ਵਾਲੀਆਂ ਪੀੜ੍ਹੀਆਂ ਦੀ ਕਿਸਮਤ ਦਾ ਤਾਲਾ ਖੋਲ੍ਹੋਗੇ। ਸੋ ਸੋਚੋ, ਸਮਝੋ ਤੇ ਆਪਣੀ ਕਿਸਮਤ ਆਪ ਬਣਾਓ। ਇਹਨਾਂ ਲੀਡਰਾਂ ਦੇ ਲੋਲੀਪੌਪ ਦੇ ਵਿੱਚ ਨਹੀਂ ਆਉਣਾ। ਸਾਨੂੰ ਸਾਡੇ ਮੁੱਦਿਆਂ 'ਤੇ ਗੱਲ ਕਰਨੀ ਚਾਹੀਦੀ ਆ। ਤੇ ਆਮ ਲੋਕ, ਜਿਹੜਾ ਵੀ ਲੀਡਰ ਤੁਹਾਨੂੰ ਕੋਈ ਲੋਲੀਪੌਪ ਦਿੰਦਾ ਤਾਂ ਉਸ ਨੂੰ ਜਵਾਬ ਦਿਓ ਕਿ ਸਾਨੂੰ ਲੋਲੀਪੌਪ ਨਹੀਂ, ਰੁਜ਼ਗਾਰ ਚਾਹੀਦਾ, ਸਾਨੂੰ ਕੰਮ ਚਾਹੀਦਾ, ਸਾਨੂੰ ਵਧੀਆ ਹਸਪਤਾਲ ਚਾਹੀਦੇ ਨੇ, ਵਧੀਆ ਸਕੂਲ ਚਾਹੀਦੇ ਨੇ, ਸਾਨੂੰ ਵਧੀਆ ਸਿਸਟਮ ਚਾਹੀਦਾ। ਸੋ ਉਮੀਦ ਹੈ ਕਿ ਇਸ ਤਾਲੇ ਦੀ ਚਾਬੀ ਤੁਹਾਡੇ ਹੱਥ ਹੈ। ਤੁਸੀਂ ਜ਼ਰੂਰ ਸਹੀ ਹੱਥਾਂ ਦੇ ਵਿੱਚ ਇਹ ਤਾਲੇ ਨੂੰ ਲਗਾਓਗੇ ਤੇ ਚਾਬੀ ਸਹੀ ਹੱਥਾਂ ਦੇ ਵਿੱਚ ਸੰਭਾਲ ਕੇ ਰੱਖੋਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ।